ਇਹ ਕਹਾਣੀ ਜਾਤਕ ਕਥਾਵਾਂ ਵਿੱਚੋਂ ਲਈ ਗਈ ਹੈ। ਪ੍ਰਾਚੀਨ ਕਾਲ ਵਿੱਚ ਇੱਕ ਬਹੁਤ ਹੀ ਧਨਵਾਨ ਵਿਅਕਤੀ ਰਹਿੰਦਾ ਸੀ। ਉਸ ਦੇ 2 ਪੁੱਤਰ ਸਨ। ਉਹਦਾ ਵੱਡਾ ਪੁੱਤਰ ਬਹੁਤ ਜ਼ਿਆਦਾ ਤੇਜਸਵੀ ਸੀ। ਦੋਵੇਂ ਭਰਾ ਹੌਲੀ-ਹੌਲੀ ਵੱਡੇ ਹੋਣ ਲੱਗੇ। ਕੁਝ ਸਮੇਂ ਬਾਅਦ ਉਹਨਾਂ ਦੇ ਮਾਂ-ਪਿਓ ਦੀ ਮੌਤ ਹੋ ਗਈ। ਮਾਂ-ਪਿਓ ਦੇ ਮਰਦੇ ਹੀ ਦੋਵਾਂ ਭਰਾਵਾਂ ਵਿੱਚ ਵੈਰਾਗ ਪੈਦਾ ਹੋ ਗਿਆ। ਦੋਵਾਂ ਭਰਾਵਾਂ ਨੇ ਘਰ ਗ੍ਰਸਤੀ ਦਾ ਤਿਆਗ ਕਰ ਦਿੱਤਾ ਤੇ ਪ੍ਰਵੱਜਿਆ ਦੇ ਅਨੁਸਾਰ ਸਿੱਖਿਆ ਲੈ ਕੇ ਗੰਗਾ ਦੇ ਕਿਨਾਰੇ ਕੁਟੀਆ ਬਣਾ ਕੇ ਰਹਿਣ ਲੱਗੇ। ਦੋਵਾਂ ਭਰਾਵਾਂ ਦੀਆਂ ਕੁਟੀਆਂ ਅਲੱਗ-ਅਲੱਗ ਸਨ। ਵੱਡੇ ਭਰਾ ਦੀ ਕੁਟੀਆ ਗੰਗਾ ਦੇ ਉੱਪਰਲੇ ਪਾਸੇ ਸੀ ਤੇ ਛੋਟੇ ਭਰਾ ਦੀ ਕੁਟੀਆ ਗੰਗਾ ਦੇ ਹੇਠਾਂ ਵੱਲ ਸੀ। ਦੋਵਾਂ ਦੀ ਕੁਟੀਆ ਦੇ ਵਿਚਕਾਰ ਕਾਫੀ ਫਾਸਲਾ ਸੀ। ਉਹਨਾਂ ਦਿਨਾਂ ਵਿੱਚ ਗੰਗਾ ਵਿੱਚ ਮਣੀਕਰਨ ਨਾਮ ਦਾ ਇੱਕ ਨਾਗਾਂ ਦਾ ਰਾਜਾ ਰਹਿੰਦਾ ਸੀ। ਉਹ ਆਪਣੇ ਭਵਨ ਤੋਂ ਨਿਕਲਦਾ ਬ੍ਰਹਮਚਾਰੀ ਦਾ ਰੂਪ ਬਣਾ ਕੇ ਆਸੇ-ਪਾਸੇ ਦੇ ਇਲਾਕਿਆਂ ਵਿੱਚ ਘੁੰਮਦਾ ਰਹਿੰਦਾ ਸੀ। ਉਹ ਰੋਜ਼ ਨਿਕਲਦਾ ਤੇ ਘੁੰਮ ਫਿਰ ਕੇ ਵਾਪਸ ਆਪਣੇ ਭਵਨ ਵਿੱਚ ਚਲਾ ਜਾਂਦਾ। ਇੱਕ ਦਿਨ ਉਹ ਛੋਟੇ ਤਪਸਵੀ ਦੀ ਕੁਟੀਆ ਵਿੱਚ ਆਇਆ, ਉਸਨੂੰ ਪ੍ਰਣਾਮ ਕੀਤਾ ਤੇ ਤਪਸਵੀ ਨੇ ਵੀ ਉਹਨੂੰ ਬ੍ਰਹਮਚਾਰੀ ਸਮਝ ਕੇ ਕੁਟੀਆ ਦੇ ਅੰਦਰ ਬਿਠਾਇਆ ਤੇ ਉਹਦਾ ਆਦਰ ਸਤਿਕਾਰ ਕੀਤਾ। ਦੋਵਾਂ ਨੇ ਇੱਕ ਦੂਜੇ ਦਾ ਹਾਲ ਚਾਲ ਪੁੱਛਿਆ, ਆਪਸ ਵਿੱਚ ਗੱਲਾਂ ਬਾਤਾਂ ਕੀਤੀਆਂ ਤੇ ਕੁਝ ਦੇਰ ਬਾਅਦ ਨਾਗਰਾਜ ਉੱਥੋਂ ਵਿਦਾ ਲੈ ਕੇ ਚਲਾ ਗਿਆ। ਦੂਜੇ ਦਿਨ ਉਹ ਫਿਰ ਆਇਆ, ਥੋੜੀ ਦੇਰ ਗੱਲਾਂ ਬਾਤਾਂ ਕੀਤੀਆਂ ਤੇ ਫਿਰ ਉੱਥੋਂ ਚਲਾ ਗਿਆ। ਇਸ ਪ੍ਰਕਾਰ ਦੋਹਾਂ ਵਿੱਚ ਜਾਣ ਪਛਾਣ ਵੱਧਦੀ ਗਈ। ਉਹ ਹਰ ਰੋਜ਼ ਉਹਦੇ ਕੋਲ ਆਉਣ ਲੱਗਾ। ਹੁਣ ਦੋਵੇਂ ਇੱਕ ਦੂਜੇ ਦੇ ਚੰਗੇ ਦੋਸਤ ਬਣ ਗਏ ਸੀ। ਇਸ ਲਈ ਹੁਣ ਨਾਗਰਾਜ ਜਾਂਦੇ ਸਮੇਂ ਆਪਣੇ ਫਨ ਕੱਢ ਕੇ ਤਪਸਵੀ ਦੇ ਨਾਲ ਲਿਪਟ ਜਾਂਦਾ ਤੇ ਆਪਣੇ ਫਨ ਨੂੰ ਉਸ ਦੇ ਸਿਰ ਦੇ ਉੱਪਰ ਛਤਰ ਦੀ ਤਰ੍ਹਾਂ ਫੈਲਾ ਦਿੰਦਾ। ਇਸ ਤਰ੍ਹਾਂ ਉਹ ਤਪਸਵੀ ਦੇ ਪ੍ਰਤੀ ਆਪਣੇ ਪਿਆਰ ਸਨੇਹ ਨੂੰ ਪ੍ਰਗਟ ਕਰਦਾ ਸੀ। ਪਰ ਤਪਸਵੀ ਨੂੰ ਨਾਗਰਾਜ ਦੇ ਇਸ ਰੂਪ ਤੋਂ ਡਰ ਲੱਗਣ ਲੱਗਾ ਸੀ ਤੇ ਇਸੇ ਡਰ ਦੇ ਮਾਰੇ ਉਹ ਖਾਣਾ ਪੀਣਾ ਵੀ ਸਹੀ ਢੰਗ ਨਾਲ ਨਹੀਂ ਖਾ ਪਾ ਰਿਹਾ ਸੀ ਤੇ ਖਾਣਾ ਢੰਗ ਨਾਲ ਨਾ ਖਾਣ ਦੇ ਕਾਰਨ ਉਹ ਬਹੁਤ ਕਮਜ਼ੋਰ ਹੋ ਗਿਆ ਸੀ ਤੇ ਕਮਜ਼ੋਰ ਹੋਣ ਦੇ ਕਾਰਨ ਉਸ ਦਾ ਚਿਹਰਾ ਕਰੂਪ ਹੋ ਗਿਆ ਸੀ। ਉਸ ਦਾ ਸਰੀਰ ਕਾਲਾ ਪੈ ਗਿਆ ਸੀ। ਇੱਕ ਦਿਨ ਉਹ ਟਹਿਲਦਾ ਹੋਇਆ ਆਪਣੇ ਵੱਡੇ ਭਰਾ ਦੇ ਕੋਲ ਗਿਆ। ਵੱਡੇ ਭਰਾ ਨੇ ਉਸ ਦੀ ਹਾਲਤ ਦੇਖੀ ਤੇ ਉਸ ਨੂੰ ਪੁੱਛਿਆ, ਤੂੰ ਇੰਨਾ ਸੁੱਕ ਕਿਵੇਂ ਗਿਆ ਹੈ? ਤੇਰਾ ਚਿਹਰਾ ਕਾਲਾ ਹੋ ਗਿਆ ਹੈ। ਤੈਨੂੰ ਕੋਈ ਰੋਗ ਲੱਗ ਗਿਆ ਹੈ? ਤੇਰੇ ਸਰੀਰ ਦੀ ਦਸ਼ਾ ਬਹੁਤ ਬੁਰੀ ਹੋ ਗਈ ਏ। ਮੈਨੂੰ ਦੱਸ ਮੇਰੇ ਛੋਟੇ ਭਰਾ, ਇਸ ਦਾ ਕੀ ਕਾਰਨ ਹੈ? ਤਾਂ ਛੋਟੇ ਭਰਾ ਨੇ ਦੱਸਿਆ ਕਿ ਮੇਰੇ ਕੋਲ ਨਾਗਰਾਜ ਨੇ ਤਪਸਵੀ ਦੇ ਰੂਪ ਵਿੱਚ ਆਉਣਾ ਸ਼ੁਰੂ ਕੀਤਾ। ਗੱਲਾਂ ਬਾਤਾਂ ਹੋਣ ਲੱਗੀਆਂ, ਵਿਸ਼ਵਾਸ ਵੱਧਦਾ ਗਿਆ ਤੇ ਹੁਣ ਉਹ ਮੇਰੇ ਕੋਲ ਰੋਜ਼ਾਨਾ ਆਉਣ ਲੱਗਾ ਸੀ। ਹੁਣ ਉਹ ਜਾਂਦੇ ਸਮੇਂ ਆਪਣੇ ਅਸਲੀ ਰੂਪ ਵਿੱਚ ਆ ਕੇ ਮੇਰੇ ਸਰੀਰ ਨਾਲ ਲਿਪਟ ਜਾਂਦਾ ਹੈ ਤੇ ਆਪਣੇ ਫਨ ਨੂੰ ਮੇਰੇ ਸਿਰ ਦੇ ਉੱਪਰ ਲਹਿਰਾਉਣ ਲੱਗਦਾ ਹੈ। ਉਸ ਦੇ ਡਰ ਦੇ ਕਾਰਨ ਮੇਰਾ ਖਾਣਾ ਪੀਣਾ ਹਰਾਮ ਹੋ ਗਿਆ ਹੈ ਤੇ ਮੈਂ ਡਰ ਦੇ ਨਾਲ ਸੁੱਕਦਾ ਜਾ ਰਿਹਾ ਹਾਂ। ਆਪਣੇ ਭਰਾ ਦੀਆਂ ਗੱਲਾਂ ਸੁਣ ਕੇ ਵੱਡੇ ਭਰਾ ਨੇ ਪੁੱਛਿਆ ਕਿ ਉਸ ਦਾ ਤੇਰੇ ਕੋਲ ਆਉਣਾ ਤੈਨੂੰ ਚੰਗਾ ਲੱਗਦਾ ਹੈ? ਤਾਂ ਛੋਟੇ ਭਰਾ ਨੇ ਕਿਹਾ ਕਿ ਨਹੀਂ, ਮੈਨੂੰ ਬਿਲਕੁਲ ਵੀ ਚੰਗਾ ਨਹੀਂ ਲੱਗਦਾ। ਤਾਂ ਵੱਡੇ ਭਰਾ ਨੇ ਪੁੱਛਿਆ ਕਿ ਜਦੋਂ ਉਹ ਤੇਰੇ ਕੋਲ ਆਉਂਦਾ ਹੈ ਤਾਂ ਉਹਦੇ ਕੀ ਗਹਿਣੇ ਪਾਏ ਹੁੰਦੇ ਹਨ? ਤਾਂ ਛੋਟੇ ਭਰਾ ਨੇ ਕਿਹਾ ਕਿ ਉਹ ਜਦੋਂ ਆਉਂਦਾ ਹੈ ਤਾਂ ਉਸਦੇ ਮਣੀ ਰਤਨ ਪਾਇਆ ਹੁੰਦਾ ਹੈ। ਇਹ ਸੁਣ ਕੇ ਵੱਡੇ ਭਰਾ ਨੇ ਛੋਟੇ ਭਰਾ ਦੇ ਮੋਢੇ ਤੇ ਹੱਥ ਰੱਖਦੇ ਹੋਏ ਕਿਹਾ ਕਿ ਮੰਗਣਾ ਸਭ ਨੂੰ ਬੁਰਾ ਲੱਗਦਾ ਏ। ਅਗਲੀ ਵਾਰ ਜਦੋਂ ਨਾਗਰਾਜ ਤੇਰੇ ਕੋਲ ਆਵੇ ਤਾਂ ਉਸਦੇ ਬੈਠਣ ਤੋਂ ਪਹਿਲਾਂ ਹੀ ਤੂੰ ਉਸਨੂੰ ਕਹੀਂ ਕਿ ਕਿਰਪਾ ਕਰਕੇ ਤੁਸੀਂ ਮੈਨੂੰ ਆਪਣੀ ਇਹ ਮਣੀ ਦੇ ਦਿਓ। ਸੁਣਦੇ ਸਾਰ ਹੀ ਉਹ ਤੁਰੰਤ ਵਾਪਸ ਮੁੜ ਜਾਵੇਗਾ ਤੇ ਦੂਜੇ ਦਿਨ ਜਿਵੇਂ ਹੀ ਉਹ ਤੇਰੇ ਦਰਵਾਜ਼ੇ ਤੇ ਆਵੇ ਉਸ ਕੋਲੋਂ ਫਿਰ ਮਣੀ ਮੰਗੀ ਤੇ ਤੀਸਰੇ ਦਿਨ ਜਿਵੇਂ ਹੀ ਉਹ ਜਲ ਚੋਂ ਬਾਹਰ ਨਿਕਲੇ ਤਾਂ ਉਸਦੇ ਕੋਲੋਂ ਫਿਰ ਮਣੀ ਮੰਗੀ। ਉਹ ਮੰਗਣ ਤੋਂ ਤੰਗ ਆ ਕੇ ਤੇਰੇ ਕੋਲ ਆਉਣਾ ਬੰਦ ਕਰ ਦੇਵੇਗਾ। ਠੀਕ ਹੈ, ਛੋਟੇ ਭਰਾ ਨੇ ਵੱਡੇ ਭਰਾ ਨੂੰ ਕਿਹਾ ਤੇ ਆਪਣੀ ਕੁਟੀਆ ਦੇ ਵਿੱਚ ਵਾਪਸ ਆ ਗਿਆ। ਤੇ ਅਗਲੇ ਦਿਨ ਜਿਵੇਂ ਹੀ ਨਾਗਰਾਜ ਉਸ ਦੇ ਕੋਲ ਆਇਆ ਤਾਂ ਤਪਸਵੀ ਨੇ ਕਿਹਾ, ਨਾਗਰਾਜ ਪਹਿਲਾਂ ਤੁਸੀਂ ਮੈਨੂੰ ਆਪਣੀ ਮਣੀ ਦੇ ਦਿਓ। ਇਹ ਸੁਣ ਕੇ ਨਾਗਰਾਜ ਵਾਪਸ ਚਲਾ ਗਿਆ, ਕੁਟੀਆ ਵਿੱਚ ਬੈਠਾ ਹੀ ਨਹੀਂ। ਅਗਲੇ ਦਿਨ ਜਿਵੇਂ ਹੀ ਨਾਗਰਾਜ ਦਰਵਾਜ਼ੇ ਤੇ ਆਇਆ ਤਾਂ ਤਪਸਵੀ ਨੇ ਫਿਰ ਕਿਹਾ, ਕੱਲ ਤੁਸੀਂ ਸੁਣ ਕੇ ਚਲੇ ਗਏ ਸੀ, ਅੱਜ ਤਾਂ ਆਪਣੀ ਮਣੀ ਮੈਨੂੰ ਦੇ ਦਿਓ। ਨਾਗਰਾਜ ਕੁਟੀਆ ਵਿੱਚ ਪ੍ਰਵੇਸ਼ ਕੀਤੇ ਬਿਨਾਂ ਹੀ ਉੱਥੋਂ ਚਲਾ ਗਿਆ। ਤੀਜੇ ਦਿਨ ਤਪਸਵੀ ਨਦੀ ਦੇ ਕਿਨਾਰੇ ਖੜਾ ਇੰਤਜ਼ਾਰ ਕਰ ਰਿਹਾ ਸੀ। ਜਿਵੇਂ ਹੀ ਨਾਗਰਾਜ ਨੇ ਜਲ ਵਿੱਚੋਂ ਨਿਕਲਣ ਦੇ ਲਈ ਸਿਰ ਬਾਹਰ ਕੱਢਿਆ ਤਾਂ ਤਪਸਵੀ ਨੇ ਕਿਹਾ, ਨਾਗਰਾਜ ਅੱਜ ਤੀਜਾ ਦਿਨ ਹੈ, ਮੈਂ 3 ਦਿਨਾਂ ਤੋਂ ਤੁਹਾਡੇ ਕੋਲੋਂ ਮਣੀ ਮੰਗ ਰਿਹਾ ਹਾਂ, ਅੱਜ ਤੁਸੀਂ ਮੈਨੂੰ ਆਪਣੀ ਇਹ ਮਣੀ ਦੇ ਹੀ ਦਿਓ। ਨਾਗਰਾਜ ਪਾਣੀ ਵਿੱਚ ਖੜੇ ਹੋ ਕੇ ਬੋਲਿਆ ਕਿ ਇਸ ਮਣੀ ਦੇ ਕਾਰਨ ਮੈਨੂੰ ਬਹੁਤ ਸਾਰੇ ਸੁੱਖਾਂ ਦੀ ਪ੍ਰਾਪਤੀ ਹੁੰਦੀ ਏ। ਤੂੰ ਮੰਗਣ ਦੀ ਹੱਦ ਕਰ ਦਿੱਤੀ ਏ। ਤੇਰੀ ਇਹ ਬੇਨਤੀ ਮੈਨੂੰ ਕੁਝ ਇਸ ਤਰ੍ਹਾਂ ਲੱਗਦੀ ਏ ਜਿਵੇਂ ਕੋਈ ਇਨਸਾਨ ਪੱਥਰ ਤੇ ਤੇਜ਼ ਕੀਤੀ ਹੋਈ ਤਲਵਾਰ ਨੂੰ ਲੈ ਕੇ ਕਿਸੇ ਨੂੰ ਮਾਰਨ ਦੇ ਲਈ ਡਰਾ ਰਿਹਾ ਹੋਵੇ। ਤੇਰਾ ਮਣੀ ਮੰਗਣਾ ਮੈਨੂੰ ਦੁੱਖ ਦਿੰਦਾ ਏ। ਮੈਂ ਇਹ ਮਣੀ ਤੈਨੂੰ ਨਹੀਂ ਦੇ ਸਕਦਾ। ਅੱਜ ਤੋਂ ਬਾਅਦ ਮੈਂ ਤੇਰੀ ਕੁਟੀਆ ਵਿੱਚ ਨਹੀਂ ਆਵਾਂਗਾ।
ਇੰਨਾ ਕਹਿ ਕੇ ਨਾਗਰਾਜ ਜਲ ਵਿੱਚ ਡੁਬਕੀ ਲਗਾ ਗਿਆ ਤੇ ਫਿਰ ਕਦੇ ਵੀ ਤਪਸਵੀ ਦੀ ਕੁਟੀਆ ਵਿੱਚ ਨਹੀਂ ਆਇਆ। ਤੇ ਫਿਰ ਇੱਕ ਦਿਨ ਵੱਡਾ ਭਰਾ ਆਪਣੇ ਛੋਟੇ ਭਰਾ ਦਾ ਹਾਲ ਚਾਲ ਜਾਣਨ ਦੇ ਲਈ ਉਸ ਦੀ ਕੁਟੀਆ ਵਿੱਚ ਆਇਆ ਤੇ ਆਪਣੇ ਛੋਟੇ ਭਰਾ ਨੂੰ ਤੰਦਰੁਸਤ ਦੇਖ ਕੇ ਉਹ ਬਹੁਤ ਖੁਸ਼ ਹੋਇਆ। ਤੇ ਫਿਰ ਉਸਨੇ ਆਪਣੇ ਭਰਾ ਨੂੰ ਕਿਹਾ ਕਿ ਦੇਖਿਆ ਤੂੰ, ਕਿਸੇ ਤੋਂ ਕਿਸੇ ਦੀ ਪਿਆਰੀ ਚੀਜ਼ ਮੰਗਣ ਨਾਲ ਉਸ ਨੂੰ ਮੰਗਣ ਵਾਲੇ ਦੇ ਪ੍ਰਤੀ ਗੁੱਸਾ ਆਉਣ ਲੱਗਦਾ ਹੈ। ਨਾਗਰਾਜ 7 ਰਤਨਾਂ ਨਾਲ ਪੂਰਨ ਹੈ, ਧਨ ਦੀ ਵੀ ਉਹਦੇ ਕੋਲ ਕੋਈ ਕਮੀ ਨਹੀਂ, ਪਰ ਫਿਰ ਵੀ ਉਸ ਨੂੰ ਆਪਣੀ ਪਿਆਰੀ ਚੀਜ਼ ਦੇਣੀ ਬਹੁਤ ਔਖੀ ਲੱਗੀ। ਇਸ ਤਰ੍ਹਾਂ ਕੋਈ ਵੀ ਇਨਸਾਨ ਮੰਗਣ ਵਾਲੇ ਇਨਸਾਨ ਨੂੰ ਪਸੰਦ ਨਹੀਂ ਕਰਦਾ। ਕੋਈ ਵੀ ਇਹ ਨਹੀਂ ਚਾਹੁੰਦਾ ਕਿ ਉਸ ਦੀਆਂ ਪਿਆਰੀਆਂ ਚੀਜ਼ਾਂ ਉਸ ਦੇ ਕੋਲੋਂ ਕੋਈ ਮੰਗੇ। ਇਸ ਲਈ ਅਣਚਾਹੇ ਤੇ ਬੁਰੇ ਲੋਕਾਂ ਤੋਂ ਛੁਟਕਾਰਾ ਪਾਉਣ ਦਾ ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਉਹਨਾਂ ਤੋਂ ਉਹਨਾਂ ਦੀਆਂ ਪਿਆਰੀਆਂ ਚੀਜ਼ਾਂ ਮੰਗਣੀਆਂ ਸ਼ੁਰੂ ਕਰ ਦਿਓ ਤੇ ਫਿਰ ਉਹ ਹੌਲੀ ਹੌਲੀ ਆਪੇ ਹੀ ਤੁਹਾਡੇ ਤੋਂ ਦੂਰੀ ਬਣਾ ਲੈਣਗੇ। ਸੋ ਦੋਸਤੋ, ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ। ਜਲਦੀ ਮਿਲਦੇ ਹਾਂ ਇੱਕ ਨਵੀਂ ਮੋਟੀਵੇਸ਼ਨਲ ਵੀਡੀਓ ਦੇ ਨਾਲ। ਤਦ ਤੱਕ ਲਈ ਧੰਨਵਾਦ।